ਕਰਦੇ ਦ੍ਰਿਸ਼ਟਾ ਬਦਲ ਜਾਂਦਾ। ਦ੍ਰਿਸ਼ ਨਹੀਂ ਬਦਲਣਾ, ਰੁੱਖ ਨਹੀਂ ਬਦਲਨੇ, ਪਾਣੀ ਨਹੀਂ ਬਦਲਣਾ, ਸੂਰਜ ਨਹੀਂ ਬਦਲਣਾ, ਧਰਤੀ ਨਹੀਂ ਬਦਲਣੀ। ਬਦਲਣਾ ਹੈ ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ। ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਸੱਜਣ ਕਹਿਣ ਲੱਗਾ ਵੀ ਬੜਾ ਮੁਸ਼ਕਲ ਹੈ, ਸਾਡੇ ਖੇਤਾਂ ਦੇ ਵੱਟਾਂ ਸੜਕਾਂ ਉਹ ਕੰਡਿਆਂ ਨਾਲ ਰੋੜਿਆਂ ਨਾਲ ਭਰੀਆਂ ਨੇ, ਤੇ ਕਹਿਣ ਲੱਗਾ ਵੀ ਆਪਾਂ ਹੁਣ ਆਪਣੀਆਂ ਵੱਟਾਂ ਤੇ ਸੜਕਾਂ ਤੇ ਪਗਡੰਡੀਆਂ ਤੇ ਜਿਹੜੀਆਂ ਖੇਤਾਂ ਦੀਆਂ ਨੇ ਉੱਥੇ ਚਮੜਾ ਵਿਛਾ ਦੇਣਾ, ਤਾਂ ਜੋ ਸਾਡੇ ਪੈਰਾਂ 'ਚ ਪੱਥਰ ਕੰਕਰ ਨਾ ਚੁਭਣ, ਲਹੂ ਲਵਾਣ ਨਾ ਹੋਣ। ਤੇ ਉਹਦਾ ਪੁੱਤਰ ਸੀ ਸਿਆਣਾ, ਕਹਿਣ ਲੱਗਾ ਬਾਪੂ ਇਹ ਤੇ ਅਸੰਭਵ ਹੈ, ਇੰਨਾ ਚਮੜਾ ਕਿੱਥੋਂ ਲਿਆਵਾਂਗੇ। ਤੇ ਕਿਉਂ ਨਾ ਆਪਾਂ ਪਗਡੰਡੀਆਂ ਤੇ ਚਮੜਾ ਵਿਛਾਉਣ ਦੀ ਬਜਾਏ, ਸੜਕਾਂ ਤੇ ਚਮੜਾ ਵਿਛਾਉਣ ਦੀ ਬਜਾਏ ਆਪਣੇ ਪੈਰਾਂ ਨਾਲ ਹੀ ਬੰਨ੍ਹ ਲਈਏ। ਇਹ ਸੌਖਾ ਹੈ, ਇਹ ਸੰਭਵ ਹੋ ਸਕਦਾ। ਕਿਉਂ ਨਾ ਆਪਾਂ ਆਪਣੇ ਪੈਰਾਂ ਨੂੰ ਢੱਕ ਲਈਏ, ਫਿਰ ਸਾਨੂੰ ਲੋੜ ਨਹੀਂ ਪਏਗੀ। ਤੋ ਕਹਿਣ ਤੋਂ ਭਾਵ ਕਈ ਵਾਰ ਹਾਲਾਤ ਦੁਨੀਆ ਆਪਾਂ ਬਦਲਣੀ ਚਾਹੁੰਦੇ ਹਾਂ ਪਰ ਅਸੰਭਵ ਹੈ। ਚੰਗਾ ਹੋਏ ਹਾਲਾਤਾਂ 'ਚ ਸਮੇਂ 'ਚ ਸਾਡੇ ਫੈਸਲੇ ਚੰਗੇ ਹੋਣ, ਸਾਡੇ ਨਿਰਣੇ ਚੰਗੇ ਹੋਣ, ਅਸੀਂ ਚੰਗੇ ਨਿਰਣੇ ਲੈ ਸਕੀਏ। ਦੁਨੀਆ ਨੂੰ ਬਦਲਣਾ ਬੜਾ ਮੁਸ਼ਕਲ ਹੈ, ਪਰ ਆਪਣੇ ਆਪ ਨੂੰ ਬਦਲਿਆ ਜਾ ਸਕਦਾ, ਚੰਗਾ ਨਿਰਣਾ ਲਿਆ ਜਾ ਸਕਦਾ। ਸੋ ਗੁਰਮੁਖੋ, ਇਸ ਵਾਸਤੇ ਜੇ ਕੋਈ ਕਹੇ ਵੀ ਮੈਂ ਦ੍ਰਿਸ਼ ਬਦਲ ਦੇਣਾ, ਦ੍ਰਿਸ਼ ਨਹੀਂ ਕਦੇ ਬਦਲਿਆ ਜਾਂਦਾ। ਨਾ ਸੂਰਜ ਬਦਲਿਆ ਜਾਣਾ, ਨਾ ਰੁੱਖਾਂ ਨੇ ਬਦਲਣਾ, ਨਾ ਧਰਤੀ ਨੇ ਬਦਲਣਾ। ਜਦੋਂ ਵੀ ਬਦਲਣਾ ਪੈਣਾ ਸਾਡੇ ਮਨ ਨੂੰ ਬਦਲਣਾ ਪੈਣਾ। ਤਨ ਦਾ ਤੇ ਬਦਲਾਅ ਕੁਦਰਤੀ ਤੌਰ 'ਤੇ ਹੋ ਰਿਹਾ, ਜਦੋਂ ਵੀ ਬਦਲਣਾ ਹੈ ਸਾਡੇ ਮਨ ਨੇ ਬਦਲਣਾ। ਤੇ ਇਹਦਾ ਬਦਲ ਜਾਣਾ ਬੜੀ ਵੱਡੀ ਤਬਦੀਲੀ ਹੈ, ਜਿਹਨੂੰ ਸਾਹਿਬ ਕਹਿੰਦੇ ਮਨ ਜੀਤੈ ਜਗ ਜੀਤ। ਬਹੁਤ ਵੱਡੀ ਤਬਦੀਲੀ ਹੈ ਸਾਡਾ ਬਦਲ ਜਾਣਾ। ਤੇ ਉੱਥੇ ਸਭ ਕੁਝ ਸੁਹਾਵਣਾ, ਨਹੀਂ ਤੇ ਮਨੁੱਖ ਸਾਰਾ ਜੀਵਨ ਭਰਮ ਦੇ ਅੰਦਰ, ਅਗਿਆਨਤਾ ਦੇ ਅੰਦਰ ਬਤੀਤ ਕਰ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਨੇ ਦਾਤਾਂ ਬੜੀਆਂ ਸੋਹਣੀਆਂ ਦਿੱਤੀਆਂ, ਹੱਥ ਪੈਰ, ਅੱਖਾਂ, ਮੂੰਹ, ਮੱਥਾ, ਸਿਰ, ਬਹੁਤ ਸੋਹਣੀ ਦਾਤ ਮਾਲਕ ਨੇ ਬਖਸ਼ੀ ਹੈ। ਪਰ ਇਹਨਾਂ ਦਾ ਇੱਕ ਪ੍ਰਯੋਜਨ ਹੈ, ਜੇ ਇਹ ਸਕਾਰਥ ਕਰਨੇ ਨੇ ਫਿਰ ਇਹਨਾਂ ਨੂੰ ਛੋਹ ਗੁਰੂ ਦੀ ਬੜੀ ਜ਼ਰੂਰੀ ਚਾਹੀਦੀ ਹੈ। ਜੇ ਇਹਨਾਂ ਨੂੰ ਛੋਹ ਗੁਰੂ ਦੀ ਹੋਏ ਫਿਰ ਮਾਇਆ 'ਚ ਲਿਪਾਇਮਾਨ ਨਹੀਂ ਹੁੰਦੀ। ਪਰ ਜੇ ਛੋਹ ਗੁਰੂ ਦੀ ਨਹੀਂ ਮਿਲੀ, ਨੈਣ ਨਾ ਦੇਖੈ ਸਾਧ ਸੇ ਨੈਣ ਬਹਾਲਿਆ ਬਹਿ ਜਾਣਗੇ। ਕਰਨ ਨਾ ਸੁਨਹੀ ਨਾਦ ਕਰਨ ਮੁੰਦ ਕਾਲਿਆ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀਏ। ਜੇ ਇਹਨਾਂ ਨੂੰ ਸਕਾਰਥ ਨਹੀਂ ਕੀਤਾ ਬੜਾ ਵੱਡਾ ਘਾਟਾ ਹੈ। ਬੜੇ ਵੱਡੇ ਵਿਕਾਰ ਇਹਨਾਂ ਰਾਹੀਂ ਆਏ ਨੇ। ਕਿੰਨਾ ਕੁਝ ਅਸੀਂ ਅੱਜ ਅੱਖਾਂ ਰਾਹੀਂ ਅੰਦਰ ਇਕੱਠਾ ਕਰ ਲਿਆ ਹੋਵੇਗਾ, ਕੰਨਾਂ ਰਾਹੀਂ ਅੰਦਰ ਇਕੱਠਾ ਕਰ ਲਿਆ ਹੋਵੇਗਾ। ਤੇ ਕੱਲ੍ਹ ਆਪਾਂ ਬੇਨਤੀ ਕੀਤੀ ਸੀ, 5 ਇੰਦਰੀਆਂ 'ਚੋਂ 3 ਦਾ ਜ਼ਿਕਰ ਵਾਰ-ਵਾਰ ਗੁਰੂ ਗ੍ਰੰਥ ਸਾਹਿਬ 'ਚ ਆਇਆ, ਅੱਖਾਂ ਦਾ, ਕੰਨਾਂ ਦਾ ਅਤੇ ਸਾਡੀ ਜ਼ੁਬਾਨ ਦਾ। 2 ਇੰਦਰੇ ਹੋਰ ਨੇ, ਸਾਡੀ ਨਾਸਕਾ ਜਿੱਥੋਂ ਆਪਾਂ ਸਮੈਲ ਲੈਂਦੇ ਹਾਂ, ਅਤੇ ਦੂਜਾ ਸਾਡਾ ਤਵੱਚਾ ਹੈ ਜਿੱਥੋਂ ਸਾਨੂੰ ਸਪਰਸ਼ ਮਿਲਦਾ। ਤੋ ਭਾਈ ਗੁਰਦਾਸ ਜੀ ਆਖਣ ਲੱਗੇ, ਤ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ। ਭਾਈ ਸਾਹਿਬ ਕਹਿੰਦੇ ਉਹ ਸਿਰ ਤ੍ਰਿਕਾਰ ਯੋਗ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਦਾ। ਉਹ ਸਿਰ ਦੀ ਮੱਤ ਖੋਟੀ ਹੋਏਗੀ ਜਿਹਨੇ ਗੁਰੂ ਚਰਨਾਂ 'ਚ ਆਪਣੀ ਮੱਤ ਰੱਖ ਕੇ ਗੁਰੂ ਦੀ ਮੱਤ ਧਾਰਨ ਨਾ ਕੀਤੀ ਹੋਏ। ਇਹੀ ਅਰਥ ਹੈ ਗੁਰੂ ਦੇ ਚਰਨਾਂ 'ਚ ਸਿਰ ਰੱਖਣ ਦਾ। नहीं तो झुकना उठना फिर झुकना ये कैसी सलाम है नियम सजदे का। सिर झुका फिर ना उठा। ਇਹਦਾ ਅਰਥ ਹੀ ਹੁੰਦਾ ਝੁਕਦਿਆਂ ਝੁਕਦਿਆਂ ਇੱਕ ਦਿਨ ਸਾਡਾ ਹੰਕਾਰ ਮਿਟ ਜਾਏ।
ਸਾਰਾ ਕੁਝ ਇੱਥੇ ਹੀ ਭਰਿਆ ਹੁੰਦਾ ਸਾਡੇ ਮੱਥੇ 'ਚ, ਸਾਡੇ ਸਿਰ 'ਚ ਹੀ ਸਭ ਕੁਝ ਭਰਿਆ। ਤੇ ਗੁਰਦੇਵ ਸਭ ਤੋਂ ਪਹਿਲੋਂ ਇਹਨੂੰ ਬਦਲਦੇ ਨੇ, ਇਹਦੇ 'ਚ ਆਪਣੀ ਮੱਤ ਪਾਉਂਦੇ ਨੇ, ਫਿਰ ਸਾਨੂੰ ਚੀਜ਼ਾਂ ਵਰਤਣੀਆਂ ਆ ਜਾਂਦੀਆਂ ਨੇ। ਤੋ ਭਾਈ ਸਾਹਿਬ ਕਹਿੰਦੇ ਤ੍ਰਿਗ ਹੈ ਉਹ ਸਿਰ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਨਹੀਂ, ਤੇ ਬਹੁਤ ਭਾਗਾਂ ਵਾਲਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਮੁਬਾਰਕ ਹੈ, ਅਦਬ ਇਹ ਗੁਰੂ ਦਾ ਹੈ, ਮੱਥਾ ਟੇਕਣਾ ਸਤਿਕਾਰ ਹੈ ਗੁਰੂ ਦਾ। ਇਹ ਸ਼ੁਰੂਆਤ ਹੈ ਧਰਮ ਦੇ ਜਗਤ ਅੰਦਰ। ਮੱਥਾ ਟੇਕ ਕੇ ਆ ਗਏ ਹਾਂ ਧਰਮ ਦੇ, ਅਸੀਂ ਤੇ ਧਰਮ ਇੱਥੋਂ ਸਮਝਦੇ ਪੂਰਾ ਹੋ ਗਿਆ, ਬਸ ਇੱਥੋਂ ਸ਼ੁਰੂਆਤ ਹੈ। ਮੱਥਾ ਟੇਕਣ ਤੋਂ ਸ਼ੁਰੂਆਤ ਹੈ, ਅੱਗੇ ਫਿਰ ਬੜੀ ਲੰਬੀ ਯਾਤਰਾ ਹੁੰਦੀ ਹੈ। ਤੋ ਭਾਈ ਸਾਹਿਬ ਕਹਿੰਦੇ ਜਿਹਨੇ ਇਹ ਸ਼ੁਰੂਆਤ ਨਹੀਂ ਕੀਤੀ ਫਿਰ ਅੱਗੇ ਕਿੱਥੇ ਤੁਰੇਗਾ। ਤ੍ਰਿਗ ਲੋਇਣ ਗੁਰ ਦਰਸ ਵਿਣ ਵੇਖੈ ਪਾਰ ਤਰਨੀ। ਭਾਈ ਗੁਰਦਾਸ ਜੀ ਕਹਿੰਦੇ ਤਿਰਕਾਰ ਹੈ ਉਹ ਅੱਖਾਂ ਪਰਾਇਆ ਤਨ ਤੇ ਤੱਕਦੀਆਂ ਨੇ। ਰੁਮਾਲੇ ਮੁਬਾਰਕ ਨੇ, ਭੇਟਾ ਕੀਤੇ ਨੇ, ਪਰ ਗੁਰੂ ਦਾ ਦੀਦਾਰ ਵੀ ਤੇ ਕਰਿਆ ਕਰੀਏ। ਆ ਤੁਸੀਂ ਗੁਰੂ ਦਾ ਦੀਦਾਰ ਹੀ ਕਰ ਰਹੇ, ਗੁਰੂ ਦੇ ਚਰਨਾਂ 'ਚ ਬਹਿਣਾ, ਆ ਗੁਰੂ ਦੇ ਪੋਥੀਆਂ ਪੜ੍ਹਨੀਆਂ, ਅੱਖਾਂ ਨਾਲ ਗੁਰੂ ਸ਼ਬਦ ਵੇਖਣਾ, ਜ਼ੁਬਾਨ ਨਾਲ ਬੋਲਣਾ, ਕੰਨਾਂ ਨਾਲ ਸੁਣਨਾ, ਮਨ ਨਾਲ ਸਮਝਣਾ। ਪ੍ਰੇਰੇ ਗੁਰੂ ਕਾ ਪਿਆਰਾ ਸਿੱਖ। ਤੋ ਭਾਈ ਸਾਹਿਬ ਜੀ ਆਖਦੇ ਨੇ ਫਿਟਕਾਰ ਹੈ ਉਹ ਅੱਖਾਂ ਵੇਖਿਆ ਤੇ ਬਹੁਤ ਕੁਝ, ਰੂਪ ਰੰਗ ਪਰਾਇਆ ਤਨ ਧਨ ਤੱਕ ਲਿਆ, ਪਰ ਕਦੇ ਗੁਰੂ ਦੇ ਦੀਦਾਰ ਨਾ ਕੀਤੇ ਹੋਣ। ਤੋ ਭਾਈ ਸਾਹਿਬ ਅੱਗੇ ਆਖਦੇ ਨੇ ਤ੍ਰਿਗ ਸ਼ਰਵਣ ਉਪਦੇਸ਼ ਵਿਣ ਸੁਣ ਸੁਰਤ ਨਾ ਧਰਨੀ। ਇਹ ਸ਼੍ਰੋਣ ਜਿਹੜੇ ਨੇ ਕੰਨ ਨੇ ਫਿਟਕਾਰ ਯੋਗ ਨੇ, ਜੇ ਸੁਣ ਕੇ ਅੰਦਰ ਗ੍ਰਹਿਣ ਨਹੀਂ ਕੀਤਾ। ਕਈ ਹੁੰਦੇ ਨੇ ਇੱਕ ਪਾਸਿਓਂ ਸੁਣਿਆ ਦੂਜੇ ਪਾਸਿਓਂ ਚਲਾ ਗਿਆ। ਤ੍ਰਿਗ ਨੇ ਜਿਨ੍ਹਾਂ ਨੇ ਸੁਣ ਕੇ ਧਾਰਨ ਨਹੀਂ ਕੀਤਾ, ਅੰਦਰ ਗ੍ਰਹਿਣ ਨਹੀਂ ਕੀਤਾ, ਫਿਰ ਸੁਣਿਆ ਤੇ ਠੀਕ ਹੈ, ਉਸਤਤ ਨਿੰਦਾ ਸੁਣੀ, ਜਿਹਨੂੰ ਸਤਿਗੁਰ ਦੀ ਬਾਣੀ ਆਖਦੀ ਹੈ ਕਰਨ ਨਾ ਸੁਣੀ ਨਾਦ ਕਰਨ ਮੁੰਦ ਕਾਲਿਆ। ਦੇਖੀ ਕੱਲੇ ਨਾਦ ਹੀ ਨਾ ਸੁਣੀ ਜਾਈ, ਗੰਦਨ ਵੈਣ ਸੁਣੈ ਉਰਜਾਵੇ ਨਾਮ ਲੈਤ ਅਲਗਾਇਆ। ਬਾਕੀ ਤੇ ਵਾਸ਼ਨਾਵਾਂ ਨਾਲ ਭਰੇ ਬੜੇ ਬੋਲ ਸੁਣ ਲਏ, ਤੇ ਜਦੋਂ ਆਇਆ ਗਿਆਨ ਦੀ ਵਾਰੀ, ਗੁਰੂ ਸ਼ਬਦ ਦੀ ਵਾਰੀ, ਉਦੋਂ ਫਿਰ ਆਲਸ ਆ ਗਿਆ। ਤੋ ਉਹ ਤ੍ਰਿਗ ਨੇ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਸੁਣਿਆ ਨਹੀਂ। ਦੋ ਚੀਜ਼ਾਂ ਨੇ, ਤੁਸੀਂ ਸਿਆਣੇ ਬੈਠੇ ਹੋ, ਡਾਕਟਰ ਵੀ ਹੋ, ਲਾਇਰ ਵੀ ਹੋ, ਬਿਜ਼ਨਸਮੈਨ ਵੀ ਹੋ। ਅੱਜ ਕੱਲ੍ਹ ਸਾਡੇ ਸਮਾਜ ਅੰਦਰ ਮੁਬਾਰਕ ਹੈ, ਇੱਕ ਹੁੰਦਾ ਤਨ ਨੂੰ ਆਪਾਂ ਸਵੱਛ ਰੱਖਦੇ ਹਾਂ ਵੀ ਸਾਡਾ ਤਨ ਨਰੋਇਆ ਰਹੇ, ਆਪਾਂ ਚੰਗਾ ਆਹਾਰ ਲੈਂਦੇ ਹਾਂ, ਆਪਾਂ ਕਸਰਤ ਕਰਦੇ ਹਾਂ, ਤੁਸੀਂ ਸੈਰ ਕਰਦੇ ਹੋਵੋਗੇ, ਜ਼ਰੂਰੀ ਹੈ। ਇਹ ਹੈ ਹਰੇਕ ਬੰਦਾ ਚਾਹੁੰਦਾ ਮੇਰਾ ਤਨ ਨਰੋਇਆ ਰਹੇ। ਦੂਜਾ ਬੰਦਾ ਸਾਰਾ ਯਤਨ ਕਰ ਰਿਹਾ ਮੇਰਾ ਤਨ ਸੁੰਦਰ ਦਿਸੇ, ਸੁੰਦਰਤਾ ਵੱਲ ਵੀ ਬੰਦਾ ਤਵੱਜੋ ਦਿੰਦਾ, ਮੁਬਾਰਕ ਹੈ। ਚਲੋ ਤੀਜਾ ਹੈ ਵੀ ਮੇਰਾ ਮਨ ਇਹ ਵੀ ਸੁੰਦਰ ਰਹੇ, ਮੇਰਾ ਮਨ ਵੀ ਨਰੋਇਆ ਰਹੇ। ਇਸ ਪਾਸੇ ਵੱਲ ਬਹੁਤ ਘੱਟ ਧਿਆਨ ਜਾਂਦਾ। ਇਹ ਤੇ ਖਿਆਲ ਹੈ ਮੇਰਾ ਤਨ ਤੰਦਰੁਸਤ ਰਹੇ, ਇਹ ਖਿਆਲ ਹੈ ਮੇਰਾ ਸਰੀਰ ਸੁੰਦਰ ਰਹੇ। ਕਿੰਨਾ ਖਰਚ ਬੰਦਾ ਇਸ ਵਾਸਤੇ ਕਰਦਾ, ਬਾਜ਼ਾਰ ਭਰੇ ਪਏ ਨੇ। ਪਰ ਮੇਰੇ ਸਾਹਿਬ ਕਹਿੰਦੇ ਜੇ ਮਨ ਮੈਲਾ ਹੋਇਆ ਫਿਰ ਕੀ ਕਰੋਗੇ? ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰੇ। ਗੁਰਦੇਵ ਕਹਿੰਦੇ ਜੇ ਮਨ ਹੀ ਮੈਲਾ ਹੈ ਤੁਹਾਨੂੰ ਕੀ ਕਰੋਗੇ ਤੁਸੀਂ ਨਿਰਮਲ ਸੁੰਦਰ ਬਣਾ ਕੇ? ਉਹ ਖੂਬਸੂਰਤੀ ਫਿਰ ਇੱਕ ਛਲਾਵਾ ਹੋਏਗੀ, ਧੋਖਾ ਹੋਏਗੀ, ਹੋਰ ਕੀ ਹੈ। ਮਨ ਹੀ ਜੇ ਮਲੀਨਤਾ ਨਾਲ ਭਰਿਆ ਹੈ, ਉੱਥੋਂ ਤੱਕ ਗੁਰੂ ਕਾ ਉਪਦੇਸ਼ ਨਹੀਂ ਗਿਆ, ਮਨ ਨਹੀਂ ਜੁੜਿਆ, ਫਿਰ ਸਭ ਕੁਝ ਵਿਅਰਥ ਹੈ।
हाँ जे मन निर्मल है मुबारक है, तन भी निर्मल तन दे साधन सब मुबारक ने जे मन नरोया है। क्योंकि मन ने तो इन्हों कंट्रोल करना है, मन के अधीन ती है साडियां अखां, साडे कन, साडी जुबान किहदे अधीन है? ये मन के अधीन है। जिहड़े पंज ज्ञान इंद्रे ने एक उन्हां दा केंद्र है, उन्होंने कहते ने मन। तो जे बाकी सब का ख्याल है बंदे नूं, मन का ख्याल नहीं, फिर व्यर्थ है। फिर भाई साहब कहते किन्ना भी बंदा जतन करे, त्रिग जिहवा गुर शब्द विण होर मंत्र सिमरनी। त्रिकार है वो जुबान जिहड़ी होर कुछ ते बोली जा रही है, बहुत कुछ बोलिया है बंदे ने। बस जदों गुर शब्द की वारी आई, उहदे शुकराने की वारी आई, उदों जुबान चुप कर जाती, उदों कुछ नहीं वरतिया जीवन के अंदर, उदों कोई समझ नहीं आई जीवन के अंदर। भाई साहब जी कह रहे हैं, भाई साहब कहते विण सेवा त्रिग हथ पैर होर निफल करनी। वो सियाणे कहा करते सी, जे तुसी एक साल का कोई फायदा लेना है, फिर एक साल की फसल जिमें किसान बीजदा, जे तुसी 20, 25, 50 साल का लाहा लेना है, फिर तुसी फलदार बूटे बीज लो। जे तुसी 100 साल तो भी वध समय का लाहा लेना है, फिर सेवा पर उपकार कर लो। वो बूटा नहीं कदे सुकदा। भगत पूर्ण सिंह जी ने परोपकार का सेवा का बूटा लाया है, वो सुकिया थोड़ा अज तक। ये साडे ते डिपेंड करता है आपां किहड़ा फल चाहुंदे, किन्ना कु नज़रिया रखते। तो जिन्हां ने सेवा परोपकार, उन्होंने बड़ा वड्डा फल, बड़ी वड्डी सोच मिल गई। ये सेवा करके इंद्रे सुचे हो गए। तो नहीं तो त्रिग जिहवा गुर शब्द विण होर मंत्र सिमरनी। त्रिग का अर्थ होंदा है किसी नूं आपां जिवें पंजाबी च कहने लाहनत पाउणी, फिटकार पाउणी, उहदे वास्ते शब्द है त्रिग। बाणी च बहुत वार वरत रहा, त्रिग त्रिग खाया, त्रिग त्रिग सोया, त्रिग त्रिग कापड़ अंग चढ़ाया। बाणी च बड़ी वार ये शब्द वरते। तो जिथे जीवा च गुरु शब्द रब्बी जस सिफत नहीं है, फिटकार है, तो जेड़े हत्थां पैरां सेवा नहीं, परोपकार नहीं, विण सेवा त्रिग हथ पैर होर नेफल करनी। वो जो कुछ करनी है, किन्ना कु फल मिलिया, छिन पंगर। जिन्हां ने सेवा दे परोपकार दे बूटे लाए, वो सदा फलदायक। तो भाई साहब आखते ने पीर मुरीदा पिरहड़ी सुख सतगुर शरणी। ये बहुत प्यारी नेड़ता वाली प्रीत है गुरु ते सिख दी, क्योंकि ये स्वार्थ नहीं होंदा। दुनिया दियां प्रीतां सांझां बहुत वार वेखो स्वार्थ नाल भरियां होंदियां। हाँ ये गल सच्ची है, बंदा हरेक सांझ चों सुख लभदा। सुख भावें कोई भी रिश्ता है, आपां सुख लभदे हां। जेड़े रिश्तियां चों बंदे नूं सुख ना मिले, दुख मिले, फिर बंदा वो रिश्ते बदल लैंदा है, वो बोल चाल बंद कर दिंदा। तो भाई साहब कहंदे जे तू सदीवी सुख चाहुंदा है निरंतर, फिर रिश्ता बना गुरु नाल जिहड़ा निस्वार्थ, जिथे कोई गर्ज नहीं, कोई लोभ नहीं, कोई स्वार्थ नहीं। तो पीर मुरीदा पिरहड़ी सुख सतगुर शरणी। भाई साहब कहंदे च बड़ा वड्डा सुख है। तो अगली पौड़ी च भाई साहब जी आखदे ने होरत रंग ना रची है सब कूड़ दिसंदा। बड़ा शोख चंचल रंग दिसदा जरूर है, हथ ना लाई कसुंबड़ है जल जासी टोला। कसुंबे का फुल बड़ा प्रभावशाली हुंदा है, पर बाबा फरीद जी कहते वेखी एकदम वो मुरझा जाता है, कुमला जाता है, छिन पंगर हुंदा है। तो दुनिया के भी रंग इस तरीके दे है, जिन्ना तुसी लंबा खिंचो बेरसे ने बेरंग हो जाता है। कोई भी दुनिया का रस जिन्ना तुसी लंबा लैके जाओगे
ਬੇਰਸੀ ਜ਼ਰੂਰ ਆਉਂਦੀ ਹੈ। ਕਿੰਨਾ ਕੁ ਸਮਾਂ TV ਵੇਖ ਲਿਆ ਆਪਾਂ, ਮੋਬਾਈਲ ਕਿੰਨੇ ਕੁ ਚਲਾ ਲਏ, ਫੰਕਸ਼ਨ 'ਤੇ ਬੜੇ ਆ ਗਏ, ਹੋਮ ਥੀਏਟਰ ਸਾਡੇ ਘਰਾਂ 'ਚ ਬਣ ਗਏ, ਕਿੰਨੇ ਕੁ ਵੇਖੇ ਆਪਾਂ। ਬੇਰਸੀ ਹੈ ਨਾ, ਅਖੀਰ 'ਤੇ ਬੇਰਸੀ ਹੈ। ਕਿੰਨੇ ਆਪਾਂ ਰੰਗ ਤਮਾਸ਼ੇ ਲੰਬੇ ਖਿੱਚਾਂਗੇ, ਕਿੰਨੇ ਕੁ ਚੈਨਲ ਲਿਆਵਾਂਗੇ। ਪਹਿਲੋਂ ਇੱਕ ਹੁੰਦਾ ਸੀ, ਔਰ ਟੀਨਾ ਸਿੱਧਾ ਕਰਕੇ ਸਾਰੇ ਘਰ ਦੇ ਜੀ ਬੈਠੇ ਹੁੰਦੇ ਸੀ। ਇੱਕ ਰੇਡੀਓ ਹੁੰਦਾ ਸੀ, ਉਹਦੇ 'ਤੇ ਬਹੁਤ ਕੁਝ ਚੰਗਾ ਦਰਬਾਰ ਸਾਹਿਬ ਤੋਂ ਬਾਣੀ ਕਿ ਅੱਜ ਵੀ ਆਉਂਦਾ, ਭਰ ਜਾਂਦਾ ਸੀ ਮਨ। ਅਤੇ ਅੱਜ ਆਪਾਂ ਰਿਮੋਟ ਬਦਲਦੇ ਰਹਿੰਦੇ ਹਾਂ। ਕੀ ਮਿਲਿਆ? ਉਨੀ ਬੇਰਸੀ ਵੱਧ ਗਈ। ਅਤੇ ਯਾਦ ਰੱਖਿਓ, ਜਿੰਨੇ ਪਦਾਰਥ ਵੱਧਦੇ ਨੇ ਬੇਰਸੀ ਉਨੀ ਵੱਧ ਜਾਂਦੀ ਹੈ। ਜਿੰਨਾ ਪਦਾਰਥ ਘੱਟ ਹੋਏ ਰਸ ਓਨਾ ਜ਼ਿਆਦਾ ਹੁੰਦਾ। ਅੱਜ ਤੋਂ ਪਹਿਲੋਂ ਲੋਕ ਕਦੇ ਮਠਿਆਈ ਮਿਲਦੀ ਸੀ ਵਿਆਹਾਂ 'ਚ, ਉਹੀ ਖਾਈ ਜਾਣੀ। ਅਤੇ ਅੱਜ ਕੱਲ੍ਹ ਆਪਾਂ ਪ੍ਰਸ਼ਾਦ ਵੀ ਪਹਿਲੋਂ ਕਹਿ ਦਿੰਦੇ, ਇੰਨਾ ਕੁ ਭਾਈ ਸਾਹਿਬ, ਇੰਨਾ ਕੁ ਕਹਿ ਦਿੰਦੇ ਆਪਾਂ। ਜਿੰਨੇ ਪਦਾਰਥ ਵੱਧ ਗਏ, ਚੀਜ਼ਾਂ ਵੱਧ ਗਈਆਂ, ਬੇਰਸੀ ਵੱਧ ਗਈ। ਤੋ ਭਾਈ ਸਾਹਿਬ ਕਹਿੰਦੇ ਕੀ ਕਰੋਗੇ? ਹੋਰਤ ਰੰਗ ਨਾ ਰਚੀਐ ਸਭ ਕੂੜ ਦਿਸੰਦਾ। ਉਹ ਛਲਾਵਾ ਹੈ ਇੱਕ ਅੰਦਰੋਂ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾੜ। ਵਿਸ਼ ਗੰਦਲਾਂ, ਖੰਡ ਦੀ ਚਾਸ਼ਨੀ, ਜਿਵੇਂ ਕੋਈ ਜ਼ਹਿਰ ਵਾਲੀ ਕੌੜੀ ਚੀਜ਼ ਖੰਡ ਵਾਲੀ ਚਾਸ਼ਨੀ 'ਚ ਪਾ ਕੇ ਰੱਖੀ ਹੋਏ। ਬਾਹਰੋਂ ਮਿੱਠੀ ਹੈ, ਅੰਦਰੋਂ ਬਹੁਤ ਕੁੜੱਤਣ ਦੇ ਨਾਲ ਭਰੀ ਹੁੰਦੀ ਹੈ। ਬਾਬਾ ਫਰੀਦ ਜੀ ਕਹਿੰਦੇ ਇਸੇ ਤਰ੍ਹਾਂ ਨੇ ਦੁਨੀਆ ਦੇ ਰੰਗ ਤਮਾਸ਼ੇ। ਤੋ ਇੱਕ ਰਾਂਦੀ ਰਹਿ ਗਏ, ਇੱਕ ਰਾਂਦੀ ਗਏ ਉਜਾੜ। ਬਸ ਇਸ ਸੰਸਾਰ ਦਾ ਦਸਤੂਰ ਇੱਦਾਂ ਹੀ ਤੁਰਿਆ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਤੂੰ ਪ੍ਰੀਤ ਸਾਂਝ ਪਿਰਹੜੀ ਆਪਣੇ ਪੀਰ ਨਾਲ ਬਣਾ, ਤੂੰ ਮੁਰੀਦ ਬਣ, ਤੇਰੇ ਜ਼ਿੰਦਗੀ 'ਚ ਕੋਈ ਰਸ ਆਨੰਦ ਉਤਸ਼ਾਹ ਆ ਜਾਏ। ਹੋਰਤ ਸਾਧ ਨਾ ਲੱਗੀਐ ਹੋਏ ਵਿਸ ਲਗੰਦਾ। ਭਾਈ ਸਾਹਿਬ ਕਹਿੰਦੇ ਹੋਰ ਸਵਾਦ ਜ਼ਹਿਰ ਵਰਗੇ ਨੇ। ਵਿਸ਼ ਕਹਿੰਦੇ ਨੇ ਜ਼ਹਿਰ, ਆ ਮਿੱਠਾ ਜ਼ਹਿਰ ਹੀ ਬਣ ਗਿਆ। ਸਵਾਦ ਸਾਡੇ ਜ਼ਹਿਰ ਹੀ ਬਣ ਗਏ ਨੇ ਅੱਜ। ਕਿੱਥੋਂ, ਕਿੰਨਾ ਕੁ ਸਮਾਂ ਉਹ ਮਿੱਠੇ ਪਦਾਰਥ ਜ਼ਹਿਰ ਵਰਗੇ ਕੌੜੇ ਨੇ। ਮਨਾ ਕੀਤਾ ਵੀ ਨਾ ਸ਼ੂਗਰ ਨਾ ਖਾਈ, ਤੇਲ ਨਾ ਵਰਤੀ, ਤਲਿਆ ਨਾ ਵਰਤੀ, ਨਹੀਂ ਤੇ ਦੇਖੀ ਖਤਰਾ ਹੈ ਤੇਰੇ ਵਾਸਤੇ। ਭਾਈ ਸਾਹਿਬ ਕਹਿੰਦੇ ਇਸ ਵਾਸਤੇ ਬਾਕੀ ਪਦਾਰਥ ਸੁਭਾਅ ਬਦਲਦੇ ਨੇ, ਗੁਰੂ ਦਾ ਸ਼ਬਦ ਨਹੀਂ ਕਦੇ ਸੁਭਾਅ ਬਦਲਦਾ। ਮਾਲਕ ਦੇ ਨਾਮ 'ਚੋਂ ਮਿਠਾਸ ਹੋਰ ਪ੍ਰਬਲ ਹੁੰਦੀ ਗਈ। ਰੱਬ ਦੇ ਪਿਆਰਿਆਂ ਨੂੰ ਭੁੱਖ ਹੋਰ ਲੱਗਦੀ ਗਈ। ਤਾਂ ਹੀ ਤੇ ਕਿਹਾ ਮਾਧੋ ਜਲ ਕੀ ਪਿਆਸ ਨਾ ਜਾਏ। ਕਿਹੜੇ ਜਲ ਦੀ? ਨਾਮ ਅੰਮ੍ਰਿਤ ਜਲ ਦੀ। ਤੇਰੇ ਸਿਫਤ ਸਲਾਹ ਅੰਮ੍ਰਿਤ ਜਲ ਦੀ। ਜਲ ਤੇ ਅਗਨ ਉਠੀ ਅਧਕਾਏ। ਪਾਣੀ ਪੀਂਦਾ ਬੰਦੇ ਦੀ ਪਿਆਸ ਮੁੱਕ ਜਾਂਦੀ ਹੈ। ਮਾਲਕ ਜਿੰਨਾ ਤੇਰੇ ਨਾਲ ਜੁੜੇ ਆ ਤਾਂਘ ਹੋਰ ਵੱਧਦੀ ਜਾਂਦੀ ਹੈ, ਰਸ ਹੋਰ ਬਣਦਾ ਗਿਆ, ਆਨੰਦ ਹੋਰ ਜੀਵਨ ਦੇ ਅੰਦਰ ਵੱਧ ਜਾਂਦਾ। ਹੋਰਤ ਰਾਗ ਨਾ ਰੀਝੀਐ ਸੁਣ ਸੁਖ ਨਾ ਲਹੰਦਾ। ਭਾਈ ਗੁਰਦਾਸ ਜੀ ਕਹਿੰਦੇ ਰਾਗ ਬੜਾ ਹੈ, ਠੀਕ ਹੈ। ਆ ਜਿਹੜਾ ਅੱਜ ਕੱਲ੍ਹ ਪ੍ਰਧਾਨ ਹੈ ਸੰਗੀਤ ਦੀ, ਜੇ ਆਪਾਂ ਗੱਲ ਕਰਦੇ ਰਾਗ ਦੀ, ਮਾੜਾ ਨਹੀਂ ਹੈ। ਕੋਈ ਚੀਜ਼ ਦੀ ਵਰਤੋਂ ਮਾੜੀ ਹੁੰਦੀ ਹੈ। ਉਹ ਦਾਤ ਇਹ ਤੇ ਕੁਦਰਤੀ ਹੈ। ਸੰਗੀਤ ਕੁਦਰਤ ਦੀ ਦਾਤ ਹੈ ਜੋ ਮਾਲਕ ਨੇ ਵਿੱਚ ਪੈਦਾ ਕੀਤੀ ਹੈ, ਪਰ ਇਹਦੀ ਵਰਤੋਂ ਮਾੜੀ ਹੋ ਜਾਂਦੀ ਹੈ। ਬਜ਼ਾਰੀਆਂ ਦੇ ਕੋਲ ਜਦੋਂ ਰਾਗ ਆ ਜਾਂਦਾ ਹੈ, ਉਹ ਵਿਕਾਰੀਆਂ ਨੂੰ, ਮੈਂ ਕਈ ਵਾਰ ਕਹਿਣਾ ਹੁੰਦਾ, ਜਿਹੜਾ ਸਟਾਰਾਂ ਦੇ ਗਾਇਕਾਂ ਦੇ ਘਰ ਆਪ ਉਜੜ ਗਏ, ਉਹ ਸਾਡੇ ਘਰ ਕਿੱਥੋਂ ਵਸਾ ਦੇਣਗੇ। ਅੱਜ ਜਿਨ੍ਹਾਂ ਨੂੰ ਆਪਾਂ ਸਟਾਰ ਸਮਝਦੇ ਹਾਂ, ਸਾਡੇ ਨੌਜਵਾਨ ਧੀਆਂ ਪੁੱਤ ਆਪਣਾ ਰੋਲ ਮਾਡਲ ਜਾਣਦੇ ਨੇ, ਉਹਨਾਂ ਦੇ ਘਰ ਤੇ ਆਪ ਖਿੱਲਰ ਗਏ, ਉਹਨਾਂ ਦੇ ਆਪ ਘਰ ਨਹੀਂ ਸੰਭਾਲੇ ਗਏ, ਸਾਨੂੰ ਕਿੱਥੋਂ ਸੰਭਾਲ ਲੈਣਗੇ। ਸੋ ਜਦੋਂ ਰਾਗ ਬਜ਼ਾਰੀਆਂ ਕੋਲ ਆਇਆ, ਉੱਥੇ ਵਿਕਾਰੀ ਪ੍ਰਧਾਨ ਹੋ ਗਏ ਨੇ। ਜਦੋਂ ਰਾਗ ਨਿਰੰਕਾਰੀਆਂ ਕੋਲ ਆਇਆ, ਬਾਬੇ ਨਾਨਕ ਕੋਲ, ਜਾ ਭਾਈ ਮਰਦਾਨਿਆਂ
ਉਹ ਸਾਡਾ ਪਿਆਰਾ ਹੈ ਭਾਈ ਫਿਰੰਦਾ, ਉਹਦੇ ਕੋਲ ਰਬਾਬ ਲੈ ਕੇ ਆ। ਵੇਖੋ ਰਾਗ ਤੇ ਉਹੀ ਸੀ। ਆ ਗੁਰੂ ਗ੍ਰੰਥ ਸਾਹਿਬ 'ਚ 31 ਰਾਗ ਨਾਲ ਸਹਾਇਕ ਰਾਗ ਨੇ, ਉਹ ਦੂਜੇ ਨੇ ਵਰਤੇ ਹੋਣਗੇ ਬੜਿਆਂ ਨੇ। ਮਲਾਰ ਰਾਗ ਕਿੰਨਿਆਂ ਨੇ ਵਰਤਿਆ, ਬਸੰਤ ਰਾਗ ਵਰਤਿਆ ਹੋਵੇਗਾ, ਸੋਠ ਵਰਤਿਆ ਹੋਵੇਗਾ। ਹਾਂ, ਕੁਝ ਰਾਗ ਸਤਿਗੁਰਾਂ ਨੇ ਪੈਦਾ ਕੀਤੇ ਨੇ। ਖੈਰ, ਇਸ ਵਾਸਤੇ ਹੁਣ ਉਹ ਰਾਗ ਜਿਹੜਾ ਕਿਸੇ ਬਜ਼ਾਰੀ ਦੇ ਕੋਲ ਹੈ, ਉਹ ਵਿਕਾਰ ਜ਼ਰੂਰ ਪੈਦਾ ਕਰੇਗਾ। ਤਾਂ ਹੀ ਭਾਈ ਸਾਹਿਬ ਕਹਿੰਦੇ ਬਜ਼ਾਰੀਆਂ ਵਾਲਾ ਰਾਗ ਨਾ ਤੂੰ ਸੁਣੀ, ਉਧਰ ਨਾ ਆਪਣੇ ਕੰਨਾਂ ਨੂੰ ਲੈ ਤੁਰੀ, ਦੁੱਖਾਂ ਨਾਲ ਭਰ ਜਾਏਗਾ। ਤੋ ਜਿਹੜਾ ਰਾਗ, ਜੋ ਸਿਫਤ ਸਲਾਹ, ਜੋ ਕੀਰਤਨ ਆ ਗੁਰੂ ਨੇ ਸਾਨੂੰ ਬਖਸ਼ਿਆ, ਉਹ ਸਾਨੂੰ ਸਭ ਨੂੰ ਸੁਣਨੀ ਚਾਹੀਦੀ ਹੈ, ਧਾਰਨ ਕਰਨੀ ਚਾਹੀਦੀ। ਤੋ ਬਾਕੀ ਰਾਗ ਨੇ ਉਹ ਸੁੱਖ ਨਹੀਂ ਦੇ ਸਕਦੇ। ਜਦੋਂ ਬ੍ਰਹਮ ਦੱਤ ਸ਼ੇਖ ਬ੍ਰਹਮ ਦੱਤ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਨੇ, ਪਾਕ ਪਟਨ ਦੀ ਧਰਤੀ ਬਾਬਾ ਫਰੀਦ ਜੀ ਦੇ ਇਤਿਹਾਸ ਦੱਸਦਾ 10ਵੇਂ ਥਾਂ 'ਤੇ ਉਹ ਬਿਰਾਜਮਾਨ ਸੀ। ਤੋ ਜਿਹਨੇ ਛੋਟਾ ਜਿਹਾ ਪਿਆਰਾ ਜਿਹਾ ਨਿਹੋਰਾ ਕੀਤਾ ਸੀ, ਬਾਬਾ ਤੂੰ ਪੀਰਾਂ ਦਾ ਪੀਰ ਹੈ, ਪਰ ਕਿਵੇਂ ਤੁਹਾਡੇ ਕੋਲ ਇਹ ਸਾਜ਼ ਸ਼ੋਭਦਾ ਨਹੀਂ। ਸਾਹਿਬ ਕਹਿੰਦੇ ਕਿਉਂ? ਇਹ ਸਾਜ਼ ਵਿੱਚੋਂ ਰਾਗ ਨਿਕਲਦਾ ਹੈ। ਸਾਹਿਬ ਕਹਿੰਦੇ ਹਾਂ, ਤੇ ਸਤਿਗੁਰੂ ਰਾਗ ਤੇ ਹਰਾਮ ਹੁੰਦਾ ਹੈ, ਇਹ ਤੇ ਮਾੜਾ ਬੜਾ ਹੈ। ਉੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਸ਼ੇਖ ਬ੍ਰਹਮ ਭਾਂਡਾ ਸੋਨੇ ਦਾ ਹੈ, ਕੋਈ ਜ਼ਹਿਰ ਪੀ ਰਿਹਾ ਹੈ, ਭਾਂਡੇ ਦਾ ਕਸੂਰ ਹੈ ਕਿ ਪੀਣ ਵਾਲੇ ਦਾ? ਭਾਂਡੇ ਦਾ ਕਸੂਰ ਨਹੀਂ, ਕੋਈ ਉਸੇ ਭਾਂਡੇ 'ਚ ਕੋਈ ਅੰਮ੍ਰਿਤ ਪਾ ਕੇ ਪੀ ਰਿਹਾ, ਉਸੇ ਭਾਂਡੇ 'ਚ ਕੋਈ ਜ਼ਹਿਰ ਪਾ ਕੇ। ਰਾਗ ਤੇ ਇੱਕ ਭਾਂਡਾ ਹੈ, ਇਹਦੇ ਰਾਹੀਂ ਅਸੀਂ ਪਰੋਸਣਾ ਕੀ ਹੈ? ਵੇਖ ਲਓ ਹੁਣ ਤੁਸੀਂ ਕੀਰਤਨ ਸੁਣਦਾ ਆਨੰਦ ਕਾਰਜ ਤੇ, ਉਹ ਬੜੇ, ਮੈਂ ਕਹਿੰਦਾ ਸਾਡੇ ਸਿੱਖ ਪੰਥ ਦੀ ਜਥੇਬੰਦੀ ਅਖੰਡ ਕੀਰਤਨੀ ਹੈ। ਉਹ ਸਵੇਰ ਤੋਂ ਧੀ ਪੁੱਤ ਦਾ ਆਨੰਦ ਕਾਰਜ ਹੁੰਦਾ ਹੈ, ਉਹ ਸਾਰੇ ਰਲ ਮਿਲ ਕੇ ਆਸਾ ਕੀ ਵਾਰ ਗਾ ਲੈਂਦੇ ਨੇ। ਉਹ ਧੀ ਵੀ ਸ਼ਬਦ ਗਾ ਲੈਂਦੀ ਹੈ, ਉਹ ਪੁੱਤ ਵੀ ਸ਼ਬਦ ਗਾ ਲੈਂਦਾ ਹੈ। ਤੂੰ ਮੁਬਾਰਕ ਹੈ ਨਾ ਗੁਰਮੁਖੋ। ਤੇ ਕਈਆਂ ਨੇ ਪੈਲਸ ਬੁੱਕ ਕੀਤੇ, ਹੋਟਲ ਬੁੱਕ ਕੀਤੇ, ਗਾਉਣ ਵਾਲੇ ਬੁੱਕ ਕੀਤੇ, ਉਹ ਸਾਡੀਆਂ ਧੀਆਂ ਭੈਣਾਂ ਦੀ ਪਾਤੀ ਤਾਰ ਤਾਰ ਕਰਕੇ ਤੁਰ ਪੈਂਦੇ ਨੇ। ਤੋ ਗੁਰਮੁਖੋ ਮੁਬਾਰਕ ਹੈ ਨਾ ਉਹ ਰਾਗ ਜਿੱਥੇ ਪਿਆਰ ਬਣੇ। ਰਾਗ ਦਾ ਅਰਥ ਵੈਸੇ ਪਿਆਰ ਹੀ ਹੁੰਦਾ। ਸੋ ਗੁਰੂ ਕਾ ਪਿਆਰਾ ਤਵੱਜੋ ਹੁੰਦਾ ਹੈ ਕੀਰਤਨ ਨੂੰ, ਬਾਣੀ ਨੂੰ, ਉਪਦੇਸ਼ ਨੂੰ। ਤਵੱਜੋ ਜ਼ਰੂਰ ਦਈਏ। ਗੁਰੂ ਕੀ ਬਾਣੀ, ਗੁਰੂ ਕਾ ਉਪਦੇਸ਼, ਗੁਰੂ ਕੀ ਸਿੱਖਿਆ। ਤੋ ਭਾਈ ਸਾਹਿਬ ਆਖਦੇ ਨੇ, ਨਹੀਂ ਤਾਂ ਫਿਰ ਹੋਰਤ ਰਾਗ ਨਾ ਰੀਝੀਐ, ਸੋਹਣਾ ਸੁੱਖ ਨਾ ਲਹੰਦਾ, ਹੋਰ ਬੁਰੀ ਕਰਤੂਤ ਹੈ ਲੱਗੈ ਫਲ ਮੰਦਾ। ਆ ਬੜੇ ਮੰਦੇ ਫਲ ਨੇ। ਫਿਰ ਆਪਾਂ ਦੋਸ਼ ਰੱਬ ਨੂੰ ਦਿੰਦੇ ਹਾਂ, ਫਿਰ ਆਪਾਂ ਦੋਸ਼ ਕੁੰਡਲੀਆਂ ਨੂੰ ਦਿੰਦੇ ਹਾਂ, ਫਿਰ ਆਪਾਂ ਦੋਸ਼ ਦੂਜਿਆਂ, ਬੜੇ ਅਸੀਂ ਟੂਲ ਰੱਖੇ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ। ਭਾਈ ਸਾਹਿਬ ਕਹਿੰਦੇ ਫਿਰ ਨਾ ਦੋਸ਼ ਦਿਓ। ਜੈਸੀ ਕਰਤੂਤ ਹੈ ਜੈਸਾ ਕਰਮ ਹੈ ਵੈਸਾ ਫਲ ਹੈ। ਕਰਮ ਦੇ ਨਾਲ ਫਲ ਵੱਜਾ, ਕਿਉਂਕਿ ਕਰਮ ਦੇ ਵਿੱਚ ਤੇ ਫਲ ਵਿੱਚ ਰੱਬ ਦਾ ਹੁਕਮ ਵਰਦਾ। ਹਾਂ ਠੀਕ ਹੈ, ਕਰਮ ਬਦਲਿਆ ਜਾ ਸਕਦਾ, ਫਲ ਨਹੀਂ ਬਦਲਿਆ ਜਾ ਸਕਦਾ। ਕਿਸਾਨ ਧਰਤੀ 'ਚ ਹੁਣ ਆ ਵੇਖੋ ਝੋਨਾ ਬੀਜੇ, ਕੋਈ ਜਿਹੜਾ ਬੀਜ ਬੀਜੇਗਾ ਸੁਤੰਤਰਤ, ਫਿਰ ਫਲ ਵੈਸਾ ਪ੍ਰਾਪਤ ਹੋਣਾ। ਸੋ ਭਾਈ ਸਾਹਿਬ ਕਹਿੰਦੇ ਜੇ ਬੁਰੀ ਕਰਤੂਤ ਹੈ, ਬੁਰਾ ਕਰਮ ਹੈ, ਫਿਰ ਫਲ ਝੋਲੀ 'ਚ ਪਿਆ। ਇਹ ਨਾ ਕਹੀਂ ਰੱਬਾ ਕੀ ਕਰਦਾ, ਉਹ ਕਰਮ ਦਾ ਹੀ ਫਲ ਤੇਰੇ ਸਾਹਮਣੇ ਪ੍ਰਗਟ ਹੋਇਆ। ਹੋਰਤ ਪੰਥ ਨਾ ਚੱਲੀਐ ਠੱਗ ਚੋਰ ਮੁਹੰਦਾ। ਬੜੇ ਪੰਥ ਨੇ, ਬੜੇ ਦਾਅਵੇ ਨੇ, ਕਿਉਂਕਿ ਅੱਜ ਕੱਲ੍ਹ ਸਾਨੂੰ ਸ਼ਾਰਟਕਟ ਚਾਹੀਦਾ ਹੈ ਨਾ, ਵੀ ਜਿਹੜਾ ਕੁਝ ਕਹੇ ਵੀ ਨਾ, ਜਿੱਥੇ ਸਭ ਕੁਝ ਚੱਲਦਾ ਰਹੇ, ਛੂਟ ਦੇ ਸਾਨੂੰ। ਆਪਾਂ ਕਹਿੰਦੇ ਠੀਕ ਹੈ। ਹੁਣ ਗੁਰੂ ਕੋਲ ਬੰਦਸ਼ ਹੈ, ਗਿਆਨ ਕੋਲ ਬੰਦਸ਼ ਹੈ, ਗੁਰੂ ਕੋਲ ਆਏ ਆ, ਗੁਰੂ ਅਨੁਸਾਰੀ ਹੋਣਾ ਪੈਣਾ। ਪਰ ਹੈ ਠੀਕ ਹੈ। ਸਿਆਣਿਆਂ ਨੇ ਕਿਹਾ आज़ादी की कुछ पाबंदियाँ होती हैं, उन पाबंदियों का जो गुलाम होता है असल में वही आज़ाद होता है।
ਆਜ਼ਾਦੀ ਵੀ ਕਿਸੇ ਮਰਿਆਦਾ ਪਾਬੰਦੀ 'ਚੋਂ ਮਿਲਦੀ ਹੈ। ਜੇ ਬੰਦਾ ਉਹ ਮਰਿਆਦਾ ਪਾਬੰਦੀ ਨੂੰ ਨਾ ਮੱਲੇ, ਕਹੇ ਆਜ਼ਾਦੀ, ਕਹੇ ਮੈਂ ਸੜਕ 'ਤੇ ਕਾਰ ਭਜਾਉਣੀ, ਮੈਂ ਸੱਜੇ ਪਾਸੇ ਭਜਾਉਣੀ, ਭਜਾ ਲੈ, ਫਿਰ ਆਪਣਾ ਵੀ ਨੁਕਸਾਨ, ਹੋਰ ਦਾ ਵੀ ਨੁਕਸਾਨ। ਸੋ ਆਜ਼ਾਦੀ ਵੀ ਕਿਸੇ ਮਰਿਆਦਾ 'ਚ ਮਾਣੀ ਜਾ ਸਕਦੀ, ਉਹਦੇ ਤੋਂ ਬਿਨਾਂ ਬੰਦਾ ਆਜ਼ਾਦੀ ਦੀ ਕਲਪਨਾ ਨਾ ਕਰੇ। ਤੋ ਇਸ ਵਾਸਤੇ ਗੁਰੂ ਸਤਿਗੁਰ ਨੇ ਜੋ ਸਾਨੂੰ ਮਰਿਆਦਾ ਬਖਸ਼ੀ, ਰੋਹ ਰੀਤੀ ਬਖਸ਼ੀ, ਪੰਥ ਬਖਸ਼ਿਆ, ਜਿਹੜਾ ਉਹਦੇ ਅਨੁਸਾਰੀ ਤੁਰਦਾ, ਬੜਾ ਆਨੰਦ ਹੈ। ਕੋਈ ਬੋਝ ਨਹੀਂ ਜ਼ਿੰਦਗੀ, ਕੋਈ ਕਿਰਤ ਮਾੜੀ ਨਹੀਂ, ਕੋਈ ਪਰਿਵਾਰ ਬੰਧਨ ਨਹੀਂ। ਤੋ ਹੋਰਤ ਪੰਥ ਨਾ ਚੱਲੀਐ, ਠੱਗ ਚੋਰ ਮੁਹੰਦਾ ਬੜੇ ਨੇ ਠੱਗ। ਤੇ ਠੱਗ ਹੁੰਦੇ ਨੇ ਜਿਹੜੇ ਗੱਲੀ ਬਾਤੀ ਆਪਣੇ ਬਣ ਕੇ ਲੁੱਟਦੇ ਨੇ, ਆਪਣੇ ਬਣ ਕੇ। ਉਹ ਚੋਰ ਠੱਗ ਬੜੇ ਨੇ, ਕਈ ਆਪਣੇ ਬਣ ਕੇ ਲੁੱਟ ਗਏ, ਕੋਈ ਸਾਨੂੰ ਕਿਰਦਾਰ ਲੁੱਟ ਗਏ, ਕੋਈ ਗਦਾਰ ਲੁੱਟ ਗਏ, ਬੜਾ ਕੁਝ ਹੁੰਦਾ ਹੈ। ਤੋ ਭਾਈ ਸਾਹਿਬ ਆਖਦੇ ਨੇ, ਪੀਰ ਮੁਰੀਦਾ ਪਿਰਹੜੀ ਸੱਚ ਸੱਚ ਮਿਲੰਦਾ। ਪੱਥਰ ਕਦੇ ਪੱਥਰ 'ਚ ਨਹੀਂ ਮਿਲ ਸਕਦਾ, ਸਵਾਦ ਨਹੀਂ ਨਾ ਛੱਡਦਾ, ਪਾਣੀ ਪਾਣੀ 'ਚ ਮਿਲ ਜਾਂਦਾ। ਪੱਥਰ ਪੱਥਰ ਨਾਲ ਟਕਰਾ ਸਕਦਾ ਹੈ, ਟੁੱਟ ਸਕਦੇ ਨੇ, ਮਿਲਣਾ ਬੜਾ ਔਖਾ ਹੈ। ਪਾਣੀ ਪਾਣੀ 'ਚ ਰਲ ਜਾਂਦਾ ਹੈ। ਮਨਮੁਖ ਕਦੇ ਵੀ ਮਨਮੁਖ ਤਾਈ ਨੂੰ ਆਪਣੇ ਨੂੰ ਛੱਡਦਾ ਨਹੀਂ। ਆ ਗੁਰੂ ਕਾ ਜਗਿਆਸੂ ਜਨ ਗੁਰੂ ਕੀ ਮੱਤ ਲੈਂਦਾ, ਫਿਰ ਸੱਚ ਗੁਰੂ ਦਾ ਰੂਪ ਹੋ ਜਾਂਦਾ। ਮਿਲਾਪ ਹੈ ਸੱਚ ਦਾ ਸੱਚ ਦੇ ਅੰਦਰ। ਤੋ ਗੁਰੂ ਸਾਨੂੰ ਸਚਿਆਰ ਬਣਾਉਂਦਾ ਹੈ, ਫਿਰ ਸੱਚ ਦਾ ਸਦੀਵੀ ਮਿਲਾਪ ਹੋ ਜਾਂਦਾ ਹੈ। ਤੋ ਭਾਈ ਸਾਹਿਬ ਕਹਿੰਦੇ, ਸੱਚ ਦੀ ਕਰਨੀ ਹੀ ਸਾਨੂੰ ਸੱਚ ਨਾਲ ਮਿਲਾ ਸਕਦੀ ਹੈ। ਗੁਰੂ ਕਿਰਪਾ ਕਰਨ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜ਼ਰੂਰ। ਗੁਰੂ ਮਰਿਆਦਾ ਨੂੰ ਤਵੱਜੋ ਦਿਆ ਕਰੋ। ਜਿਹੜੇ ਸੰਸਕਾਰ ਨੇ ਸਾਡੇ, ਖਾਸ ਤੌਰ 'ਤੇ 3, ਚਲੋ ਜਿਹੜਾ ਅੰਮ੍ਰਿਤ ਸੰਸਕਾਰ ਹੈ ਉਹ ਤਾਂ ਚਲੋ ਹੈ ਹੀ ਗੁਰਮਤਿ ਮਰਿਆਦਾ, ਪਰ ਜਨਮ ਸੰਸਕਾਰ, ਆਨੰਦ ਸੰਸਕਾਰ ਅਤੇ ਮਿਰਤਕ ਸੰਸਕਾਰ, ਜ਼ਿੰਦਗੀ ਦੇ ਹਰੇਕ ਕਦਮ 'ਤੇ ਰੋਹ ਰੀਤੀ 'ਤੇ ਗੁਰੂ ਨੂੰ ਤਵੱਜੋ ਦੇਵਾਂਗੇ, ਬਹੁਤ ਖੁਸ਼ੀਆਂ ਬਰਕਤਾਂ ਗੁਰੂ ਦੀਆਂ ਵਰਤਣਗੀਆਂ। ਗੁਰ ਕਿਰਪਾ ਕਰਨ। ਭੁੱਲਾਂ ਦੀ ਖਿਮਾਓ ਸਾਰੇ ਕਹਿ ਲਈਏ, ਵਾਹਿਗੁਰੂ 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 ਵਾਹਿਗੁਰੂ।